आखिरकार भगवंत मान की सारा कुछ कैप्चर करना चाहते हैं। सारे जिन्ने बिल ने उन्होंने गवर्नर लमका भी सकते हैं, अगे सेंटर ਨੂੰ भी भेज सकते हैं। ਹੁਣ ਹਰਜਿੰਦਰ ਸਿੰਘ ਧਾਮੀ ਜਿਵੇਂ ਇਹਨਾਂ ਨੇ ਦੱਸਿਆ ਕਿ ਮੀਟਿੰਗ ਬੁਲਾ ਲਈ ਹੈ, ਉਹਨਾਂ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਸਰਕਾਰ ਚਲਾਉਣ ਦੇ ਲਈ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਹੁਣ ਐਸਜੀਪੀਸੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਿ ਉਹ ਚੰਡੀਗੜ੍ਹ ਤੋਂ ਚੱਲਿਆ ਕਰੇਗੀ। ਦੇਖੋ ਇਹ ਸਾਰੀਆਂ ਗੱਲ ਹੈਗੀ ਸਬਜੈਕਟ ਟੂ ਅਪਰੂਵਲ। ਜਿਹੜਾ ਡੀਜੀਪੀ ਵਾਲਾ ਮਤਾ ਵੀ ਹੈਗਾ ਉਹ ਸੁਪਰੀਮ ਕੋਰਟ ਦੀ ਰੂਲਿੰਗ ਦੇ ਤਹਿਤ ਹੋ ਰਿਹਾ ਵੀ ਯੂਪੀਐਸਸੀ ਕੋਲੇ ਪੈਨਲ ਜਾਊਗਾ, ਫਿਰ ਉਸ ਤੋਂ ਬਾਅਦ ਡਿਸਾਈਡ ਹੋਊਗਾ ਸਭ ਕੁਝ। ਕੀ ਇਹ ਕਚਹਿਰੀ 'ਚ ਸੁਪਰੀਮ ਕੋਰਟ ਜਦੋਂ ਜਾਊਗਾ, ਕੋਰਟ 'ਚ ਕੇਸ ਜਾਊਗਾ, ਇਹ ਐਕਟ ਜਾਊਗਾ ਜਾਂ ਇਸ ਦਿਨ ਤੇ ਚਰਚਾ ਹੋਊਗੀ ਕਿ ਉੱਥੇ ਸਟੈਂਡ ਕਰ ਪਾਊਗਾ। ਫਿਲਹਾਲ ਕਹਿੰਦੇ ਕਰਤਾ ਧਰਤਾ ਜਿਹੜਾ ਹੋਵੇਗਾ ਉਹ ਸੀਐਮ ਹੋਵੇਗਾ। ਰਾਜਪਾਲ ਦੇ ਉੱਪਰ ਤੁਸੀਂ ਪਹਿਲਾਂ ਤਾਂ ਨਿਸ਼ਾਨੇ ਸਾਧ ਹੀ ਰਹੇ ਸੀ, ਹੁਣ ਤਾਂ ਤੁਸੀਂ ਰਾਜਪਾਲ ਦੀ ਕੁਰਸੀ ਵੀ ਲੈਣ ਨੂੰ ਫਿਰਦੇ ਹੋ ਕਿ ਐਸਜੀਪੀਸੀ ਦਾ ਜਿਹੜਾ ਮਸਲਾ ਹੈ ਉਹ ਤਾਂ ਠੀਕ ਹੈ, ਐਸਜੀਪੀਸੀ ਨੇ ਆਪ ਹੀ ਨਜਿੱਠ ਲੈਣਾ ਹੈ। ਐਸਜੀਪੀਸੀ ਨੇ ਆਪਣਾ ਜਿਹੜਾ ਸੈਸ਼ਨ ਸੱਦ ਲਿੱਤਾ ਹੈ, ਉਸ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਵੱਡਾ ਫੈਸਲਾ ਲਿਆ ਜਾਵੇਗਾ। ਪਰ ਦੂਜੇ ਪਾਸੇ ਹੁਣ ਰਾਜਪਾਲ ਦਾ ਜਾਂ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਮਸਲਾ ਹੈ ਉਹ ਇੱਕ ਵੱਡਾ ਮਸਲਾ ਜ਼ਰੂਰ ਹੈ। ਨਾ ਮੇਰਾ ਕੋਈ ਚੈਨਲ ਹੈ, ਨਾ ਮੇਰੇ ਰਿਸ਼ਤੇਦਾਰ ਦਾ ਕੋਈ ਮਾਫੀਆ ਹੈ। ਇਸ ਗੱਲ ਤੇ ਤਾਂ ਪੀਟੀਸੀ ਵਾਲਿਆਂ ਨੂੰ, ਪੀਟੀਸੀ ਦੇ ਮਾਲਕਾਂ ਨੂੰ, ਚਲੋ ਛੱਡੋ ਬਾਦਲਾਂ ਨੂੰ, ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਪਹਿਲਾਂ ਸਾਨੂੰ ਮੁੱਲ ਮਿਲਦੀ ਸੀ ਸਾਨੂੰ ਫ੍ਰੀ ਮਿਲਿਆ ਕਰੂਗੀ। ਤਾਂ ਫਿਰ ਆਡੀਓ ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ ਸਾਰੇ? ਇੱਕ ਚੀਜ਼ ਨੋਟ ਕਰਿਓ, ਇਹ ਆਡੀਓ ਤੇ ਕਿਉਂ ਨਹੀਂ ਪ੍ਰੋਬਲਮ ਕਰ ਰਹੇ, ਵੀਡੀਓ ਤੇ ਕਰ ਰਹੇ ਨੇ ਕਿਉਂਕਿ ਚੈਨਲ ਹੈ ਇਹਨਾਂ ਦਾ, ਰੇਡੀਓ ਹੈ ਨਹੀਂ ਇਹਨਾਂ ਦਾ ਜੀ। ਪਵਿੱਤਰ ਗੁਰਬਾਣੀ ਘਰ ਘਰ ਜਾਵੇ, ਜਿੱਥੇ ਵੀ ਬੰਦਾ ਅੱਜ ਕੱਲ ਦੇ ਜ਼ਮਾਨੇ 'ਚ ਹੱਥ ਲਾਵੇ, मोबाइल में हथ लावे गुरबाणी आवे, टीवी का सुच दबे गुरबाणी आवे, रेडियो का सुच दबे गुरबाणी आवे। ਵੈਸੇ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇ ਜਾਂ ਵੈਸੇ ਪਾਰਲੀਮੈਂਟ ਦਾ ਵੀ ਕੋਈ ਸੈਸ਼ਨ ਹੋਵੇ ਤੇ ਬਿਨਾਂ ਹੰਗਾਮੇ ਤੋਂ ਕਦੇ ਇਸ ਦੀ ਸ਼ੁਰੂਆਤ ਨਹੀਂ ਹੁੰਦੀ। ਹੰਗਾਮੇ ਹੋਣਾ ਸਦਨ ਦੇ ਲਈ ਬੜਾ ਆਮ ਜੀ ਗੱਲ ਹੈ, ਪਰ ਹੁਣ ਇਸ ਵਾਰ ਪੰਜਾਬ ਦੀ ਵਿਧਾਨ ਸਭਾ ਦਾ ਜੋ ਸੈਸ਼ਨ ਹੋਇਆ ਹੈ ਉਹ ਹੰਗਾਮੇ ਦੇ ਨਾਲੋਂ ਜ਼ਿਆਦਾ ਆਪਣੇ ਕਾਨੂੰਨਾਂ ਦੇ ਕਰਕੇ, ਆਪਣੇ ਮਤਿਆਂ ਦੇ ਕਰਕੇ, ਆਪਣੇ ਨਵੇਂ ਬਿੱਲਾਂ ਦੇ ਕਰਕੇ ਚਰਚਾ ਦੇ ਵਿੱਚ ਹੈ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਅਮ੍ਰਿਤਵਰ ਦੀ ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਨਵੇਂ ਕਾਨੂੰਨਾਂ ਦੀ, ਉਹਨੇ ਨਵਾਂ ਬਿੱਲਾਂ ਦੀ ਜਿਨ੍ਹਾਂ ਨੂੰ ਪਹਿਲਾਂ ਪੇਸ਼ ਕੀਤਾ ਗਿਆ, ਫਿਰ ਪਾਸ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਹੋਇਆ ਹੰਗਾਮਾ। ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਹਾਜ਼ਰ ਨੇ। ਸ਼ੁਭਕਰਮਨ, ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਅੰਮ੍ਰਿਤ। ਤੇ ਸ਼ੁਭਕਰਮਨ, ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਬੜੇ ਸਾਰੇ ਸੈਸ਼ਨ ਦੇਖੇ ਨੇ, ਤੁਸੀਂ ਵੀ ਬੜੇ ਸਾਰੇ ਸੈਸ਼ਨ ਕਵਰ ਕੀਤੇ ਹੋਣਗੇ, ਉਹ ਹੰਗਾਮਿਆਂ ਤੋਂ ਬਿਨਾਂ ਤਾਂ ਸੈਸ਼ਨ ਅਧੂਰਾ ਜਿਹਾ ਲੱਗਦਾ ਹੈ। ਪਰ ਇਸ ਵਾਰ ਸਦਨ ਦੇ ਵਿੱਚ ਚਰਚਾ ਹੈ ਉਹਨਾਂ 4 ਬਿੱਲਾਂ ਦੀ ਜਿਹੜੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਪਾਸ ਕਰ ਦਿੱਤੇ ਗਏ, ਫਿਰ ਚਾਹੇ ਉਹ ਗੁਰਦੁਆਰਾ ਸੋਧ ਬਿੱਲ ਹੋਵੇ ਜਾਂ ਫਿਰ ਉਹ ਪੰਜਾਬ ਸਰਕਾਰ ਦੀ ਸੁਰੱਖਿਆ ਦਾ ਸੋਧ ਬਿੱਲ ਹੋਵੇ, यूनिवर्सिटीज का बिल होवे। सवाल ये उठ गए ने कि आखिरकार भगवंत मान की सारा कुछ कैप्चर करना चाहते हैं। तुहानू की लग रहा है कि हाँ ठीक डायरैक्शन च जा रही है सरकार, या तुहानू लग रहा है कि नहीं फ्री दे आडे ले जा रहे हैं? देखो, जो आप कल के सैगमेंट 'ਚ अपने गल की सीगी भी बहुत सारे फ्रंट सीएम ने या सरकार ने आपदे आले दुआले खोल लए ने। गवर्नर वाला फ्रंट हो गया, ਅੱਜ ਉਹ ਬਿੱਲ ਵੀ ਦੇਖ ਲਓ ਤੁਸੀਂ, ਉਹਨਾਂ ਨੇ ਚਾਂਸਲਰ ਜਿਹੜਾ ਹੈਗਾ ਉਹ ਕਿਹਾ ਵੀ ਮੁੱਖ ਮੰਤਰੀ ਹੋਊਗਾ, ਗਵਰਨਰ ਨਹੀਂ ਹੋਊਗਾ। ਤੇ ਫਿਰ ਸਿੱਖ ਮਸਲਿਆਂ ਦੇ ਉੱਤੇ ਐਸਜੀਪੀਸੀ ਦਾ ਜਿਹੜਾ ਉਹਨਾਂ ਨੇ ਅਮੈਂਡਮੈਂਟ ਬਿੱਲ ਲੈ ਕੇ ਆਇਆ, ਸੋਧ ਬਿੱਲ ਲੈ ਕੇ ਆਇਆ ਵੀ ਉਹਦੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ, ਉਹ ਵਾਲਾ ਬਿੱਲ ਹੋ ਗਿਆ। ਤੇ ਫਿਰ ਹੁਣ ਸੈਂਟਰ ਨਾਲ ਵੀ ਟੱਕਰ ਲੈ ਲਈ, ਟਕਰਾ ਲੈ ਲਿਆ ਵੀ ਯੂਪੀਐਸਸੀ ਦੇ ਰਾਹੀਂ ਜਿਹੜਾ ਹੈਗਾ ਉਹ ਡੀਜੀਪੀ ਨਹੀਂ ਲੱਗੂਗਾ, ਉਹਦੇ ਵਾਸਤੇ ਆਪਦੀ ਕਮੇਟੀ ਬਣਾ ਲਈ, ਉਹ ਜਿਹੜਾ ਉਹਦੇ 'ਚ ਸੋਧ ਕੀਤਾ ਹੈਗਾ। ਤਾਂ ਲਗਾਤਾਰ ਜਿਹੜੇ ਹੈਗੇ ਆ ਫਰੰਟ ਖੁੱਲਦੇ ਜਾ ਰਹੇ ਨੇ। ਦੇਖੋ ਭਗਵੰਤ ਮਾਨ ਜੋ ਜਸਟੀਫਿਕੇਸ਼ਨ ਔਨ ਫਲੋਰ ਆਫ ਹਾਊਸ ਦੇ ਰਹੇ ਨੇ, ਇੱਕ ਕਹਿ ਰਹੇ ਆ ਵੀ ਗਵਰਨਰ ਸਾਡੇ ਅੰਦਰ ਅਨਡਿਊ ਸਾਡੀ ਸਰਕਾਰ ਦੀ ਫੰਕਸ਼ਨਿੰਗ ਦੇ ਅੰਦਰ ਖਲਲ ਪਾ ਰਿਹਾ ਹੈਗਾ, ਇੰਟਰਫੇਰੈਂਸ ਬਹੁਤ ਜ਼ਿਆਦਾ ਕਰ ਰਿਹਾ। ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ, ਉਹਨੂੰ ਰੱਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫਿਰ ਪੀਟੀਯੂ ਦੇ ਲਾਏ, ਉਸ ਉੱਤੇ ਸਵਾਲ ਖੜੇ ਕਰ ਦਿੱਤੇ, ਜਾਂ ਉਹਨਾਂ ਦਾ ਜੋ ਪੈਨਲ ਪੀਏਯੂ ਦਾ ਜਦੋਂ ਭੇਜਿਆ ਗਿਆ ਉਸ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਗਏ। ਤਾਂ ਹੁਣ ਇਹ ਇਹਨਾਂ ਤੇ ਨਿਰਭਰ ਕਰਦਾ ਹੈ ਵੀ ਇਹ ਇਸ ਚੀਜ਼ਾਂ ਨੂੰ ਤਾਂ ਲੈ ਤਾਂ ਆਏ, ਫਿਰ ਜਦੋਂ ਗਵਰਨਰ ਸਾਈਨ ਨਹੀਂ ਕਰਦਾ ਉਦੋਂ ਤੱਕ ਇਹ ਲਾਅ ਨਹੀਂ ਬਣਨਾ। ਤੇ ਗਵਰਨਰ ਇਸ ਨੂੰ ਲਮਕਾ ਵੀ ਸਕਦੇ ਨੇ, ਸਾਰੇ ਜਿੰਨੇ ਬਿੱਲ ਨੇ ਉਹਨਾਂ ਨੂੰ ਗਵਰਨਰ ਲਮਕਾ ਵੀ ਸਕਦੇ ਨੇ, ਅੱਗੇ ਸੈਂਟਰ ਨੂੰ ਵੀ ਭੇਜ ਸਕਦੇ ਨੇ ਵੀ ਤੁਸੀਂ ਚੈੱਕ ਕਰੋ ਕਿਤੇ ਕਨਸਟੀਟਿਊਸ਼ਨ ਦੀ ਉਲੰਘਣਾ ਤਾਂ ਨਹੀਂ ਕਰ ਰਹੇ ਹੈਗੇ, ਜਾਂ ਕੁਝ ਇਸ ਤਰ੍ਹਾਂ ਦਾ ਇਹਦੇ 'ਚ ਟੈਕਨੀਕੈਲਿਟੀ ਦੇ ਤੌਰ ਤੇ, ਲਾਅ ਦੇ ਤੌਰ ਤੇ ਗੱਲ ਮੁੱਕਦੀ ਰਾਸ਼ਟਰਪਤੀ ਤੱਕ ਵੀ ਪਹੁੰਚ ਸਕਦੀ ਹੈ ਤੇ ਉੱਥੇ ਸਰਕਾਰ ਉਹਨਾਂ ਦੀ ਹੈ। ਤੇ ਹੁਣ ਇਹੀ ਗੱਲ ਹੈ ਵੀ ਲੈ ਕੇ ਤਾਂ ਬੜਾ ਕੁਝ ਆ ਗਏ ਨੇ, ਦਾਅਵੇ ਕੀਤੇ ਨੇ, ਤੇ ਆਪਣੇ ਜੇ ਦੇਖਿਆ ਜਾਵੇ ਆਪਣਾ ਪੱਖ ਉਹ ਲੋਕਾਂ ਅੱਗੇ ਰੱਖ ਰਹੇ ਨੇ ਵੀ ਸਾਨੂੰ ਇੱਕ ਤਰ੍ਹਾਂ ਤੋਂ ਇਹ ਇੰਪ੍ਰੈਸ਼ਨ ਕ੍ਰੀਏਟ ਕਰਨਾ ਜਾ ਰਿਹਾ ਵੀ ਅਸੀਂ ਲੋਕ ਪੱਖੀ ਫੈਸਲੇ ਲੈ ਰਹੇ ਹਾਂ ਤੇ ਆਪਣੀ ਇੰਡੀਪੈਂਡੈਂਟ ਸਰਕਾਰ ਚਲਾਉਣਾ ਚਾਹ ਰਹੇ ਹਾਂ।
ਪਰ ਸਾਡੇ ਆਲੇ ਦੁਆਲੇ ਜਿਹੜੇ ਹੈਗੇ ਨੇ, ਚਾਹੇ ਉਹ ਗਵਰਨਰ ਹੋਵੇ, ਚਾਹੇ ਉਹ SGPC ਹੋਵੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਸਾਨੂੰ ਲੋਕ ਪੱਖੀ ਫੈਸਲੇ ਲੈਣ ਨਹੀਂ ਦਿੱਤੇ ਜਾ ਰਹੇ। ਇਸ ਤਰ੍ਹਾਂ ਦਾ ਉਹ ਨੈਰੇਟਿਵ ਬੁਣ ਰਹੇ ਨੇ। ਇਸ ਤਰ੍ਹਾਂ ਜੇ ਗੁਰਬਾਣੀ ਦੀ ਗੱਲ ਕਰੇ, ਉਹ ਕਹਿ ਰਿਹਾ ਵੀ ਲੋਕਾਂ ਸਾਰੇ ਵਾਸਤੇ ਹੋਵੇ ਤੇ ਇਕੱਲੇ ਇੱਕ ਚੈਨਲ ਨੂੰ ਕਿਉਂ ਦਿੱਤੀ ਜਾਵੇ। ਹਾਲਾਂਕਿ SGPC ਨੇ ਰੱਦ ਕਰ ਦਿੱਤਾ, ਆਪਣੀ ਮੀਟਿੰਗ ਵੀ ਬੁਲਾਈ ਹੈ 26 ਜੂਨ ਨੂੰ, ਤਾਂ ਉਹਦੇ ਅੰਦਰ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਉੱਥੇ ਕੀ ਫੈਸਲਾ ਆਉਂਦਾ। ਉਹਨਾਂ ਨੇ SGPC ਦੇ ਪ੍ਰਧਾਨ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਕਿਹਾ ਵੀ ਇਹ ਕਾਲਾ ਦਿਨ ਹੈ ਸਿੱਖ ਇਤਿਹਾਸ ਦੇ ਅੰਦਰ। ਤਾਂ ਹੁਣ ਉਹੀ ਗੱਲ ਹੈ ਵੀ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਵੀ ਸਿੱਖ ਮਸਲਿਆਂ 'ਚ ਕੁੱਦਣਾ ਤੇ ਉਸਦੇ ਰੈਪਰਕਸ਼ਨ ਰਿਜ਼ਲਟ ਨਤੀਜੇ ਕੀ ਆਉਂਦੇ ਆ, ਇਹ ਦੂਰਅੰਦੇਸ਼ੀ ਨਾਲ ਦੇਖਣੇ ਚਾਹੀਦੇ ਨੇ। ਲੌਂਗ ਟਰਮ ਇਹਦਾ ਵਿਜ਼ਨ ਹੋਣਾ ਚਾਹੀਦਾ। ਅੱਜ ਦੇਖੋ ਨਵੀਂ ਪਾਵਰ ਵੀ ਆਈ ਹੈ, ਤੁਸੀਂ ਫੈਸਲੇ ਵੀ ਲੈ ਰਹੇ ਹੋ, ਪਰ ਪੋਲਿਟਿਕਸ ਲੌਂਗ ਟਰਮ ਵੀ ਇਹਦੇ ਦੂਰਗਾਮੀ ਪ੍ਰਭਾਵ ਕੀ ਪੈਂਦੇ ਨੇ ਉਹ ਦੇਖਣਾ ਪਵੇਗਾ। ਤਾਂ ਸਿੱਧੇ ਤੌਰ ਤੇ ਜਿਵੇਂ ਸ਼ੁਭਕਰਮਨ ਨੇ ਦੱਸਿਆ ਕਿ ਹਾਂ ਵੀ ਗੁਰਦੁਆਰਾ ਸੋਧ ਬਿੱਲ, ਇਸ ਦੇ ਉੱਪਰ ਹਾਲਾਂਕਿ ਵਿਵਾਦ ਬੜਾ ਹੋ ਰਿਹਾ ਸੀ ਕਿ 1925 ਤੋਂ ਬਾਅਦ ਤੁਸੀਂ ਇੰਨਾ ਵੱਡਾ ਬਦਲਾਵ ਕਰ ਦਿੱਤਾ, 100 ਸਾਲਾਂ ਦੇ ਵਿੱਚ ਤਾਂ ਕਿਸੇ ਸਰਕਾਰ ਨੂੰ ਲੱਗਿਆ ਨਹੀਂ। ਹੁਣ ਹਰਜਿੰਦਰ ਸਿੰਘ ਧਾਮੀ ਜਿਵੇਂ ਇਹਨਾਂ ਨੇ ਦੱਸਿਆ ਕਿ ਮੀਟਿੰਗ ਬੁਲਾ ਲਈ ਹੈ, ਉਹਨਾਂ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਸਰਕਾਰ ਚਲਾਉਣ ਦੇ ਲਈ। ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਹੁਣ SGPC ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿ ਉਹ ਚੰਡੀਗੜ੍ਹ ਤੋਂ ਚੱਲਿਆ ਕਰੇਗੀ, ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਮਸਲੇ ਨੇ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਬੈਠ ਕੇ ਹੱਲ ਹੋਇਆ ਕਰਨਗੇ। ਖੈਰ, ਗੁਰਦੁਆਰੇ ਦੇ ਮਸਲੇ ਦੇ ਉੱਪਰ ਤਾਂ ਸਿਆਸਤ ਪਿਛਲੇ ਦਿਨਾਂ ਤੋਂ ਜਾਰੀ ਹੈ, ਅਸੀਂ ਸਾਰੇ ਦੇਖ ਹੀ ਰਹੇ ਹਾਂ। ਸੌਰੀ ਤੁਹਾਨੂੰ ਮੈਂ ਇੰਟਰਪਟ ਕਰਾਂ, ਇਹਦੇ ਚ ਐਕਸਪਰਟਸ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਭਗਵੰਤ ਸਿੰਘ ਮਾਨ ਹੈ, ਉਹਨਾਂ ਨੇ ਇੱਕ ਤਰ੍ਹਾਂ ਤੋਂ ਜਾਂ ਉਹਨਾਂ ਦੀ ਸਰਕਾਰ ਨੇ ਇੱਕ ਗਲਤ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਵੀ ਪੰਜਾਬ ਸੂਬੇ ਦੀ ਸਰਕਾਰ ਜਿਹੜੀ ਹੈ SGPC ਦੀ ਐਕਟ ਦੇ ਅੰਦਰ ਦਖਲ ਦੇ ਰਹੀ ਹੈ ਜਾਂ ਸੋਧ ਕਰ ਰਹੀ ਹੈ। ਆਮ ਤੌਰ ਤੇ ਜਿਹੜਾ ਪੁਰਾਣਾ ਸਮਝੌਤਾ ਉਹਦੇ ਅੰਦਰ ਕੋਈ ਵੀ SGPC ਦੀ ਮਨਜ਼ੂਰੀ ਲਏ ਬਿਨਾ ਸੋਧ ਨਹੀਂ ਕੀਤੀ ਗਈ, ਜਾਂ ਉਹਨਾਂ ਦੀ ਰਜ਼ਾਮੰਦੀ ਜੋ ਕਿਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰ ਦਿੰਦੇ ਨੇ ਵੀ ਆਹ ਚੀਜ਼ ਨਹੀਂ ਹੋਣੀ ਚਾਹੀਦੀ। SGPC ਨੂੰ ਸਿੱਧਾ ਤੌਰ ਤੇ ਲੱਗ ਰਿਹਾ ਕਿ ਸਾਡੇ ਘਰ ਚ ਆ ਕੇ ਡਾਕਾ ਮਾਰਤਾ ਕਿਸੇ ਨੇ। ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਤਾਂ ਇਹ ਜਿਹੜਾ ਪ੍ਰੈਸੀਡੈਂਟ ਹੈ, ਇਸ ਦਾ ਪਰਮਿੰਦਰ ਸਿੰਘ ਢੀਂਡਸਾ, ਜਿਹੜੇ HS ਫੂਲਕਾ, ਉਹ ਵੀ, ਜਾਂ ਜਿਹੜੇ ਹੋਰ ਬੰਦੇ ਐਕਸਪਰਟਸ ਨੇ SGPC ਐਕਟ ਤੇ, ਉਹ ਇਹ ਗੱਲ ਕਹਿ ਰਹੇ ਆ ਵੀ ਇਹ ਸ਼ਾਇਦ ਕੋਰਟ 'ਚ ਸਟੈਂਡ ਨਹੀਂ ਕਰੂਗਾ, ਜਾਂ ਕਿਉਂਕਿ ਇਹ 'ਚ SGPC ਜਿਹੜਾ ਸਮਝੌਤਾ ਸੈਂਟਰ ਨਾਲ ਹੋਇਆ ਸੀ ਇੰਟਰਸਟੇਟ ਵਾਲਾ, ਉਹਦੇ 'ਚ SGPC ਦੀ ਰਜ਼ਾਮੰਦੀ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ। ਇੱਕ ਤਰ੍ਹਾਂ ਤੋਂ ਮੋਰਲੀ ਵੀ ਇਹ ਹੁੰਦਾ ਵੀ ਤੁਸੀਂ ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਵੀ ਟੇਬਲ ਟਾਕ ਕਰਕੇ ਰਲ ਮਿਲ ਕੇ ਇਹਦਾ ਇੱਕ ਵਿਚਾਲੜਾ ਰਾਹ ਨਿਕਲਣਾ ਚਾਹੀਦਾ ਸੀ ਤਾਂ ਕਿ ਟਕਰਾਅ ਨਾ ਹੋਵੇ, ਜੇ ਟਕਰਾਅ ਵਧੇ ਨਾ। ਪਰ ਹੁਣ ਤਾਂ ਇਹ ਦਿਨੋਂ ਦਿਨ ਹੋਰ ਵਧੂਗੀ, ਕਿਉਂਕਿ ਸਿੱਧੇ ਤੌਰ ਤੇ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਖੈਰ, ਕਿਉਂਕਿ ਸਰਕਾਰ ਹੈ ਤਾਂ ਸਰਕਾਰ ਨੇ ਜੋ ਮਤਾ ਪਹਿਲਾਂ ਪੇਸ਼ ਕਰ ਦਿੱਤਾ ਤਾਂ ਜ਼ਾਹਿਰ ਜੀ ਗੱਲ ਹੁੰਦੀ ਹੈ ਕਿ ਉਹ ਪਾਸ ਵੀ ਹੋਣਾ ਹੁੰਦਾ ਹੈ ਤੇ ਉਸ ਤੋਂ ਬਾਅਦ ਅੱਗੇ। ਪਰ ਹੁਣ ਸਵਾਲ ਜਿਵੇਂ ਹੈ ਕਿ ਜਿਵੇਂ ਸ਼ੁਭਕਰਮਨ ਨੇ ਦੱਸਿਆ ਕਿ ਸਾਰੀਆਂ ਗੱਲਾਂ ਸਰਕਾਰ ਕਰ ਲਵੇਗੀ, ਪਰ ਆ ਕੇ ਗੱਲ ਅੜਦੀ ਹੈ ਗਵਰਨਰ ਤੇ। ਜਦ ਤੱਕ ਗਵਰਨਰ ਦੀ ਸਿਆਹੀ ਨਹੀਂ ਚੱਲਦੀ ਤਦ ਤੱਕ ਕੋਈ ਵੀ ਕਾਨੂੰਨ ਨਹੀਂ ਬਣੇਗਾ। ਗਵਰਨਰ ਦੇ ਉੱਪਰ ਸਿੱਧੇ ਤੌਰ ਤੇ ਭਗਵੰਤ ਮਾਨ ਨੇ, CM ਨੇ ਇਹ ਕਹਿ ਕੇ ਵਾਰ ਕੀਤਾ ਕਿ ਹਰ ਸੂਬੇ ਦੇ ਵਿੱਚ ਇੱਕ ਬੰਦਾ ਚਾਹੀਦਾ ਹੁੰਦਾ ਹੈ ਖਲਲ ਪਾਉਣ ਦੇ ਲਈ, ਪਰੇਸ਼ਾਨ ਕਰਨ ਦੇ ਲਈ, ਉਹਨੂੰ ਰਾਜਪਾਲ ਦੇ ਵਜੋਂ ਲਗਾ ਦਿੱਤਾ ਜਾਂਦਾ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਇੱਕ ਤੁਸੀਂ ਰਾਜਪਾਲ ਦੇ ਖਿਲਾਫ ਇੰਨੀਆਂ ਸਾਰੀਆਂ ਗੱਲਾਂ ਕਰੋਗੇ ਤਾਂ ਰਾਜਪਾਲ ਕਿਵੇਂ ਤੁਹਾਨੂੰ ਸਾਰੀਆਂ ਪਾਵਰ ਦੇਣ ਦੇ ਲਈ ਸਾਈਨ ਕਰ ਦੇਵੇਗਾ। ਦੂਜੇ ਪਾਸੇ ਜਿਹੜਾ ਕੇਂਦਰ ਸਰਕਾਰ ਦੇ ਨਾਲ ਆਡਾ ਲੈ ਲਿਆ ਹੈ ਉਹ ਹੈ DGP ਦੇ ਮਸਲੇ ਤੇ, ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਪਸੰਦ ਦੇ DGP ਲੱਗਣਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ UPSC ਦੇ ਜਿਹੜੇ ਪੈਨਲ ਹੁੰਦੇ ਨੇ ਉਹ ਕੇਂਦਰ ਸਰਕਾਰ ਦੇ ਕੋਲ ਜਾਂਦੇ ਨੇ, ਫਿਰ ਕੇਂਦਰ ਸਰਕਾਰ ਲਿਸਟ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਭੇਜਦੀ ਹੈ ਤੇ ਫਿਰ ਪੰਜਾਬ ਸਰਕਾਰ ਡਿਸਾਈਡ ਕਰਦੀ ਹੈ। ਹੁਣ ਸਰਕਾਰ ਕਹਿੰਦੀ ਹੈ ਕਿ 7 ਮੈਂਬਰੀ ਕਮੇਟੀ ਬਣਾਈ ਜਾਵੇਗੀ, ਉਸ ਦੇ ਵਿੱਚ ਕਹਿੰਦੇ ਰਿਟਾਇਰਡ ਜੱਜ ਹੋਣਗੇ, ਹੋਰ ਕਹਿੰਦੇ ਉਹਦੇ ਵਿੱਚ ਕਾਫੀ ਨਾਮਵਰ ਬੰਦੇ ਹੋਣਗੇ। ਉਹ 7 ਮੈਂਬਰ ਕਹਿੰਦੇ ਪਹਿਲਾਂ ਡਿਸਾਈਡ ਕਰਨਗੇ, ਫਿਰ ਉਸ ਤੋਂ ਬਾਅਦ ਜਿਹੜੇ 3 ਬੰਦੇ ਫਾਈਨਲ ਹੋਣਗੇ ਉਹਨਾਂ ਚੋਂ ਮੈਰਿਟ ਦੇ ਹਿਸਾਬ ਦੇ ਨਾਲ ਅਸੀਂ ਬੰਦਾ ਕੱਢ ਦੇਵਾਂਗੇ। UPSC ਦਾ ਕੰਮ ਹੀ ਖਤਮ ਕਰਤਾ, ਸੈਂਟਰ ਦਾ ਕੰਮ ਖਤਮ ਕਰਤਾ। ਹਾਲਾਂਕਿ ਸੈਂਟਰ ਦਾ ਕਮੇਟੀ 'ਚ ਬੰਦਾ ਪਾਇਆ। ਹੁਣ ਜੇ ਤੁਸੀਂ ਸੈਂਟਰ ਤੋਂ ਇੱਕ ਪਾਸੇ ਪਾਵਰ ਖੋ ਰਹੇ ਹੋ ਵੀ ਤੁਸੀਂ ਤੁਹਾਡਾ ਕੋਈ ਹੱਕ ਨਹੀਂ, ਤੁਹਾਡਾ ਅਧਿਕਾਰ ਨਹੀਂ, ਇਹ ਤਾਂ ਅਸੀਂ ਲੈਵਲ ਤੇ ਕਰਾਂਗੇ, ਪਰ ਆਪਣਾ ਬੰਦਾ ਜ਼ਰੂਰ ਭੇਜੋ ਸਾਡੀ ਕਮੇਟੀ 'ਚ ਤਾਂ ਕਿ ਉਹ ਭੇਜਣਗੇ। ਸਭ ਤੋਂ ਵੱਡਾ ਸਵਾਲ ਤਾਂ ਸਿੱਧਾ ਖੜਾ ਹੋ ਗਿਆ। ਜੇ ਤੁਹਾਨੂੰ ਮੈਂ ਵੈਸੇ ਜਿਹੜਾ ਪ੍ਰੀਮੀਅਰ ਹਜੇ ਜੋ ਪ੍ਰੋਸੈਸ ਚੱਲਦਾ ਉਹ ਤੋਂ ਬਾਹਰ ਕਰਦੇ ਆ ਤੇ ਫਿਰ ਤੁਹਾਨੂੰ ਹੀ ਕਹਾਂ ਆਪਣਾ ਇੱਕ ਬੰਦਾ ਭੇਜ ਦਿਓ, ਇਹ ਤਾਂ ਹੈ ਨਹੀਂ। ਨਾਲੇ ਸੈਂਟਰ ਜ਼ਿਆਦਾ ਪਾਵਰਫੁਲ ਹੈ, ਉਹਨਾਂ ਕੋਲੇ ਪਹਿਲਾਂ ਹੀ ਉਹਨਾਂ ਨੇ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ, ਜਿਸ ਦਾ ਇਹ ਰੋਸ ਮਤਾ ਲੈ ਕੇ ਆਏ ਨੇ ਵੀ 10 ਦਿਨ 'ਚ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਜਾਵਾਂਗੇ, ਵੀ ਅਸੀਂ ਕਣਕ ਰੋਕ ਸਕਦੇ ਹਾਂ, ਅਨਾਜ ਰੋਕ ਸਕਦੇ ਹਾਂ। ਹਾਲਾਂਕਿ ਇਹ ਕਹਿਣਾ ਤੇ ਕਰਨਾ ਬੜਾ ਔਖਾ ਹੈ, ਹਨਾ। ਬਹੁਤ ਘੱਟ ਇਹ ਜੇ ਤੁਸੀਂ CM ਦੇਖੋਗੇ ਜਾਂ ਬਹੁਤ ਘੱਟ ਇਹ ਜਿਹੜੇ ਇਹ ਗੱਲ ਕਰ ਸਕਣ।
ਇਹ ਗੱਲ ਹਰ ਕੋਈ ਕਹਿ ਦਿੰਦਾ ਹੁਣ 10 ਸਾਲ ਦਾ 10 ਦਿਨ ਦਾ ਸਮਾਂ ਦਿੱਤਾ ਪਰ ਦੇਖਣਾ ਇਹ ਹੋਵੇਗਾ ਕਿ ਵਾਕਈ ਸੈਂਟਰ ਝੁਕੂਗਾ ਉਹ ਵੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਨਰਿੰਦਰ ਮੋਦੀ ਅਮਿਤ ਸ਼ਾਹ ਦੀ ਸਰਕਾਰ ਹੈ ਜਿਹੜੀ ਕਿ ਬਹੁਤ ਅਗਰੈਸਿਵ ਹੈ ਜੇ ਉਹਨਾਂ ਨੂੰ ਪਾਵਰਫੁਲ ਵੀ ਹੈ ਜੇ ਉਹਨਾਂ ਨੂੰ ਕੋਈ ਚੈਲੰਜ ਕਰਦਾ ਹੈ ਉਹ ਚੈਲੰਜ ਦਾ ਜਵਾਬ ਫਿਰ ਚੈਲੰਜ ਉਹ ਵੀ ਉਹ ਸਰਕਾਰ ਜਿਹੜੀ ਨਵੀਂ ਪਾਰਟੀ ਬਣੀ ਸੀ ਸਰਕਾਰ ਜਿਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਜਿਹਦਾ ਕੋਈ ਇੰਨਾ ਜ਼ਿਆਦਾ ਰਵਾਇਤੀ ਪਾਰਟੀਆਂ ਚ ਨਹੀਂ ਵੈਸੇ ਇਹਨਾਂ ਨਿਗਾਹ ਚ ਨੇ ਉਹ ਵੀ ਇਹਨਾਂ ਨੂੰ ਤੰਗ ਕਰਨਾ ਹੈ ਬਾਹ ਮਰੋੜਨੀ ਹੈ ਜਾਂ ਕਿਸ ਤਰ੍ਹਾਂ ਇਹਨੂੰ ਐਸਟੈਬਲਿਸ਼ ਨਹੀਂ ਹੋਣ ਦੇਣਾ ਤੇ ਦੂਜੇ ਉੱਤੋਂ ਦੀ ਸਿੱਧਾ ਚੈਲੰਜ ਵੀ ਕਰ ਰਹੇ ਹੋ ਠੀਕ ਹੈ ਇਹ ਦੇਖਣ ਵਾਲੀ ਗੱਲ ਹੋਗੀ ਵੀ ਸੈਂਟਰ ਕਿਵੇਂ ਰਿਸਪੌਂਡ ਕਰਦਾ ਹੈ ਹਾਲਾਂਕਿ ਸੀਐਮ ਇਸ ਗੱਲ ਤੇ ਬਿਲਕੁਲ ਸਹੀ ਨੇ ਵੀ ਉਹਨਾਂ ਜਿਹੜਾ ਬਣਦਾ ਹੱਕ ਹੈ ਰੂਰਲ ਡਿਵੈਲਪਮੈਂਟ ਦਾ ਫੰਡ ਦਾ ਉਹ ਦਿੱਤਾ ਜਾਣਾ ਚਾਹੀਦਾ ਵੈਸੇ ਰੂਰਲ ਡਿਵੈਲਪਮੈਂਟ ਫੰਡ ਤਾਂ ਅਸੀਂ ਆਰਡੀਐਫ ਦੇਖਿਆ ਕਿ ਸ਼ੁਭਕਰਮਨ ਕਾਂਗਰਸ ਦੀ ਸਰਕਾਰ ਹੋਵੇ ਅਕਾਲੀ ਦਲ ਦੀ ਸਰਕਾਰ ਹੋਵੇ ਆਰਡੀਐਫ ਹਮੇਸ਼ਾ ਇੱਕ ਸਵਾਲ ਰਹਿੰਦਾ ਹੀ ਸੀ ਕਿ ਆਖਿਰਕਾਰ ਕਿਉਂ ਸਮੇਂ ਸਿਰ ਜਿਹੜਾ ਫੰਡ ਹੈ ਉਹ ਨਹੀਂ ਦਿੱਤਾ ਜਾਂਦਾ ਖੈਰ ਇਹ ਦੋ ਮਸਲੇ ਹੋ ਗਏ ਤੀਜਾ ਮਸਲਾ ਜਿਹੜਾ ਪੰਜਾਬ ਐਫੀਲੀਏਟਡ ਬਿੱਲ ਜਿਹੜਾ ਪਾਸ ਕੀਤਾ ਗਿਆ ਉਹ ਹੁਣ ਸਰਕਾਰ ਕਹਿੰਦੀ ਹੈ ਕਿ ਜੋ ਵਾਈਸ ਚਾਂਸਲਰ ਹੈ ਜਾਂ ਫਿਰ ਜਿਹੜਾ ਗਵਰਨਰ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਹ ਵੀ ਹੁਣ ਮੁੱਖ ਮੰਤਰੀ ਦੇ ਕੋਲ ਹੋਣਗੇ 36-37 ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਪੈਂਦੀਆਂ ਨੇ ਸਾਰਿਆਂ ਦਾ ਇਸ ਟਾਈਮ ਤੇ ਕਹਿੰਦੇ ਜਿਹੜਾ ਪੂਰਾ ਮੌਕੇ ਦਾ ਯਾਨੀ ਕਿ ਫॉर ਨਾਓ ਅੱਗੇ ਜਾ ਕੇ ਸ਼ਾਇਦ ਕੁਝ ਬਦਲਾਵ ਕਰਕੇ ਕਿਸੇ ਨੂੰ ਹੋਰ ਪੋਜੀਸ਼ਨ ਦੇ ਦੇਣ ਫਿਲਹਾਲ ਕਹਿੰਦੇ ਕਰਤਾ ਧਰਤਾ ਜਿਹੜਾ ਹੋਵੇਗਾ ਉਹ ਸੀਐਮ ਹੋਵੇਗਾ ਰਾਜਪਾਲ ਦੇ ਉੱਪਰ ਤੁਸੀਂ ਪਹਿਲਾਂ ਤਾਂ ਨਿਸ਼ਾਨੇ ਸਾਧ ਹੀ ਰਹੇ ਸੀ ਹੁਣ ਤਾਂ ਤੁਸੀਂ ਰਾਜਪਾਲ ਦੀ ਕੁਰਸੀ ਵੀ ਲੈਣ ਨੂੰ ਫਿਰਦੇ ਹੋ ਜੀ ਇਹ ਜਿਹੜੀ ਗੱਲ ਹੈਗੀ ਇਹ ਦੇਖਿਆ ਗਿਆ ਵੈਸਟ ਬੰਗਾਲ 'ਚ ਮਮਤਾ ਬੈਨਰਜੀ ਨੇ ਕੀਤਾ ਸੀ ਜਦੋਂ ਉਹਨਾਂ ਦਾ ਜਿਹੜਾ ਗਵਰਨਰ ਸੀ ਤੇ ਉਹਨਾਂ ਦੀ ਜਿਹੜੀ ਸਟੇਟ ਦੀ ਫੰਕਸ਼ਨਿੰਗ ਹੈ ਉਹਦੇ 'ਚ ਖਲਲ ਪਾ ਰਹੇ ਸੀ ਕਿਉਂਕਿ ਉਦੋਂ ਬੀਜੇਪੀ ਵੈਸਟ ਬੰਗਾਲ ਦੀ ਇਲੈਕਸ਼ਨ ਸੀ ਤੇ ਮਮਤਾ ਬੈਨਰਜੀ ਨੇ ਵੀ ਟਕਰਾ ਚਾ ਰਹੇ ਸੀ ਸੈਂਟਰ ਨਾਲ ਤਾਂ ਉਹਨਾਂ ਨੇ ਇਹ ਮਤਾ ਲੈ ਕੇ ਆਏ ਸੀਗੇ ਉਹਨਾਂ ਨੇ ਇਹ ਗੱਲ ਸਭ ਤੋਂ ਪਹਿਲਾਂ ਫੈਸਲਾ ਲਿੱਤਾ ਸੀਗਾ ਦੇਖੋ ਇਹ ਸਾਰੀਆਂ ਗੱਲ ਹੈਗੀ ਸਬਜੈਕਟ ਟੂ ਅਪਰੂਵਲ ਜਿਹੜਾ ਡੀਜੀਪੀ ਵਾਲਾ ਮਤਾ ਵੀ ਹੈਗਾ ਉਹ ਸੁਪਰੀਮ ਕੋਰਟ ਦੀ ਰੂਲਿੰਗ ਦੇ ਤਹਿਤ ਹੋ ਰਿਹਾ ਵੀ ਯੂਪੀਐਸਸੀ ਕੋਲੇ ਪੈਨਲ ਜਾਊਗਾ ਫਿਰ ਉਸ ਤੋਂ ਬਾਅਦ ਡਿਸਾਈਡ ਹੋਊਗਾ ਸਭ ਕੁਝ ਕੀ ਇਹ ਕਚਹਿਰੀ ਚ ਸੁਪਰੀਮ ਕੋਰਟ ਜਦੋਂ ਜਾਊਗਾ ਕੋਰਟ ਚ ਕੇਸ ਜਾਊਗਾ ਇਹ ਐਕਟ ਜਾਊਗਾ ਜਾਂ ਇਸ ਦਿਨ ਤੇ ਚਰਚਾ ਹੋਊਗੀ ਕਿ ਉੱਥੇ ਸਟੈਂਡ ਕਰ ਪਾਊਗਾ ਉੱਥੇ ਵੈਲਿਡ ਹੋਊਗਾ ਇਹ ਆਪਣੇ ਆਪ 'ਚ ਜੇ ਵੱਡਾ ਸਵਾਲ ਹੈ ਤੇ ਇਸ ਦੇ ਨਾਲ ਕਿਉਂਕਿ ਇਹ ਗੱਲ ਸਰਕਾਰ ਨੂੰ ਪਤਾ ਹੀ ਹੋਣੀ ਹੈ ਜਾਂ ਉਹਨਾਂ ਦੇ ਜਿਹੜੇ ਥਿੰਕ ਟੈਂਕ ਵਾਲੇ ਉਹਨਾਂ ਨੂੰ ਪੱਕਾ ਪਤਾ ਹੋਊਗਾ ਵੀ ਗਵਰਨਰ ਨੇ ਸਾਈਨ ਨਹੀਂ ਕਰਨੇ ਤਾਂ ਉਹ ਕੋਰਟ ਦਾ ਰੁਖ ਜ਼ਰੂਰ ਕਰਨਗੇ ਕਿ ਉਹਨਾਂ ਨੇ ਵੈਸੇ ਆਪਦੇ ਲੈਵਲ ਤੇ ਤਿਆਰੀ ਤਾਂ ਕੀਤੀ ਹੋਊਗੀ ਪਰ ਜਦੋਂ ਕੋਰਟ 'ਚ ਜਾਣਾ ਹੈ ਦੋਨੋਂ ਤਰਫੋਂ ਬਹਿਸ ਹੋਊਗੀ ਇਸ ਉੱਤੇ ਚਰਚਾ ਹੋਊਗੀ ਕਿ ਉੱਥੇ ਚੀਜ਼ ਲੀਗਲੀ ਸਟੈਂਡ ਕਰ ਪਾਊਗੀ ਤਾਂ ਇਹ ਸਾਰਾ ਕੁਝ ਲਿਆਂਦਾ ਗਿਆ ਸਰਕਾਰ ਆਪਦੇ ਵੱਲੋਂ ਇੰਟੈਂਟ ਕਹਿ ਰਹੀ ਹੈ ਜਿਵੇਂ ਵੀ ਅਸੀਂ ਲੋਕਾਂ ਜੋ ਮਨਾ ਲੋਕ ਪੱਖੀ ਅਸੀਂ ਫੈਸਲੇ ਕਰ ਰਹੇ ਹਾਂ ਪਰ ਹਜੇ ਫੈਸਲੇ ਪੂਰੇ ਤੌਰ ਤੇ ਲਾਅ ਨਹੀਂ ਬਣੇ ਹਜੇ ਇਹਨਾਂ ਤੇ ਚਰਚਾ ਹੋਣੀ ਹੈ ਚਰਚਾ ਬਣਨਗੇ ਕਿ ਨਹੀਂ ਬਣਨਗੇ ਇਹ ਵੀ ਸਵਾਲ ਹੈ ਕੋਰਟ 'ਚ ਵੀ ਜਾਣਗੇ ਤੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੋਰਟ ਕੀ ਫੈਸਲਾ ਕਰਦੀ ਹੈ ਖਾਸ ਤੌਰ ਤੇ ਜਿਹੜਾ ਡੀਜੀਪੀ ਦਾ ਸੋਧ ਵਾਲਾ ਪ੍ਰੋਸੈਸ ਹੈ ਉਹਦੇ ਉੱਤੇ ਜਿਹੜਾ ਨਵੀਂ ਕਮੇਟੀ ਬਣਾਈ ਗਈ ਹੈ ਉਹ ਪੈਨਲ ਦੋਗੀ ਤੇ ਯੂਪੀਐਸਸੀ ਨੂੰ ਬਾਹਰ ਕਰਨ ਵਾਲੀ ਗੱਲ ਤੇ ਚਾਂਸਲਰ ਵਾਲੀ ਗੱਲ ਤੇ ਇਹ ਦੇਖਣਾ ਹੋਵੇਗਾ ਕਿਉਂਕਿ ਇਹ ਲਮਕਾਇਆ ਜਾ ਸਕਦਾ ਸਿਆਸਤ ਹੈ ਇਹ ਬਹੁਤ ਲੰਬੇ ਚਿਰ ਤੱਕ 5 ਸਾਲ ਜਦੋਂ ਤੱਕ ਨਹੀਂ ਸਰਕਾਰ ਉਦੋਂ ਤੱਕ ਵੀ ਲਮਕ ਸਕਦੇ ਨੇ ਬਿਲਕੁਲ ਬੜੇ ਸਾਰੇ ਮਸਲੇ ਹੁੰਦੇ ਨੇ ਜਿਹੜੇ ਇੱਕ ਸਰਕਾਰ ਤੋਂ ਦੂਜੀ ਸਰਕਾਰ ਤੱਕ ਲਟਕਦੇ ਰਹਿੰਦੇ ਨੇ ਹੁਣ ਸਵਾਲ ਇਹ ਉੱਠਦਾ ਹੈ ਵੱਡਾ ਕਿ ਐਸਜੀਪੀਸੀ ਦਾ ਜਿਹੜਾ ਮਸਲਾ ਹੈ ਉਹ ਤਾਂ ਠੀਕ ਹੈ ਐਸਜੀਪੀਸੀ ਨੇ ਆਪ ਹੀ ਨਜਿੱਠ ਲੈਣਾ ਹੈ ਐਸਜੀਪੀਸੀ ਨੇ ਆਪਣਾ ਜਿਹੜਾ ਸੈਸ਼ਨ ਸੱਦ ਲਿੱਤਾ ਹੈ ਉਸ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਪਰ ਦੂਜੇ ਪਾਸੇ ਹੁਣ ਰਾਜਪਾਲ ਦਾ ਜਾਂ ਜਿਹੜਾ ਪੰਜਾਬ ਪੁਲਿਸ ਦਾ ਜਿਹੜਾ ਮਸਲਾ ਹੈ ਉਹ ਇੱਕ ਵੱਡਾ ਮਸਲਾ ਜ਼ਰੂਰ ਹੈ ਖਾਸ ਤੌਰ ਤੇ ਡੀਜੀਪੀ ਕਿਉਂਕਿ ਇੱਕ ਸਟੇਟ ਦਾ ਹੈੱਡ ਹੁੰਦਾ ਹੈ ਡੀਜੀਪੀ ਤੇ ਉਹ ਤੁਸੀਂ ਕੇਂਦਰ ਸਰਕਾਰ ਨੂੰ ਬਿਲਕੁਲ ਪਰੇ ਕਰਕੇ ਤੁਸੀਂ ਕਹੋ ਕਿ ਪਾਵਰ ਸਾਰੀ ਹੌਲੀ ਸਾਡੇ ਕੋਲ ਆ ਜਾਵੇ ਤਾਂ ਜ਼ਾਹਿਰ ਜੀ ਗੱਲ ਹੈ ਇਸ ਦੇ ਉੱਪਰ ਸਵਾਲ ਖੜੇ ਹੋਣਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਦਿੱਲੀ ਤੱਕ ਵੀ ਗਰਮਾਵੇਗੀ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇਸ ਦਾ ਸੇਕ ਜ਼ਰੂਰ ਜਾਵੇਗਾ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ ਇਹ ਦੇਖਣਾ ਬਹੁਤ ਅਹਿਮ ਹੋਵੇਗਾ ਸ਼ੁਭਕਰਮਨ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਅੰਮ੍ਰਿਤ